ਇਹ ਐਕਚੁਅਲੀ ਨਾ ਇੱਕ 6 ਸਾਲ ਦਾ ਬੱਚਾ ਜਿਹਨੂੰ ਖੇਲਦੇ ਖੇਲਦੇ ਸਾਈਕਲ ਤੋਂ ਬੱਚਾ ਇਹ ਗਿਰ ਗਿਆ ਔਰ ਇਹਦੇ ਸਾਹ ਵਾਲੀ ਪਾਈਪ ਦੇ ਇੱਥੇ ਸਾਈਕਲ ਦਾ ਹੈਂਡਲ ਲੱਗਿਆ ਔਰ ਨਾਲ ਚੈਸਟ ਦੇ ਵਿੱਚ ਵੀ ਇਹਦੇ ਇੰਜਰੀਜ਼ ਹੋ ਗਈਆਂ। ਤੇ ਦੂਸਰਾ ਜਿਹੜੀ ਚੈਸਟ ਇੰਜਰੀਜ਼ ਕਰਕੇ ਉਹ ਡਾਕਟਰ ਵਿਸ਼ਾਲ ਨੇ ਇਹਨਾਂ ਦੇ ਜਿਹੜਾ ਦੋਨੋਂ ਪਾਸੇ ਟਿਊਬ ਪਾਈ ਚੈਸਟ ਦੇ ਤਾਂ ਕਿ ਜਿਹੜੇ ਫੇਫੜੇ ਆ ਉਹਨਾਂ ਨੂੰ ਐਕਸਪੈਂਡ ਕਰਨ ਦੀ ਜਗ੍ਹਾ ਮਿਲੇ। ਜੇ ਫੇਫੜੇ ਐਕਸਪੈਂਡ ਹੀ ਨਹੀਂ ਕਰ ਪਾਉਣਗੇ ਤਾਂ ਬੋਡੀ ਦੇ ਵਿੱਚ ਆਕਸੀਜਨ ਕਿਸ ਤਰ੍ਹਾਂ ਰਿਕੁਆਇਰਮੈਂਟ ਹੋਏਗੀ। एक दिन पहला ही सबने मिल के प्लान किया सी और डिस्कस किया ही अच्छी तरह तो कि अगर वो नहीं हो सकिया तो फिर आर्टिफिशियल जिदा कहते कि ट्रैक्योस्टमी कई का एक छेद कर देगा नीचे थोड़ा गले च साह लै सके वो, लेकिन किस्मत नाल सारा कुछ ठीक ठाक हो गया। ਜਦੋਂ ਆਇਆ ਸੀ ਉਦੋਂ ਲੱਗਦਾ ਸੀ ਵੀ ਹੋ ਸਕਦਾ ਬੱਚਾ ਇਹ ਬਚੇ ਨਾ ਜਿੰਨਾ ਸਿੱਕ ਆਇਆ ਸੀਗਾ। ਇੱਕ ਬੱਚਾ ਰੱਬ ਦਾ ਰੂਪ ਹੁੰਦਾ ਵਾ, ਡਾਕਟਰਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਅਸੀਂ ਵੀ ਉਹਨਾਂ ਨੂੰ ਰੱਬੇ ਕਹਿੰਦੇ ਨੇ, ਜੇ ਸਾਡਾ ਬੱਚਾ ਬਚਾਇਆ ਪ੍ਰਮਾਤਮਾ ਹੀ ਹੈ ਸਾਡੇ ਵਾਸਤੇ। ਇਹ ਮੇਰਾ ਪੋਤਾ ਹੈ, ਮੈਂ ਇਹਨੂੰ ਸੀਐਮਸੀ ਤੋਂ ਪਹਿਲਾਂ ਉਧਰ ਹਸਪੀਟਲ ਲੈ ਕੇ ਗਈ। ਗੁਆਂਢ ਵਿੱਚ ਸਾਈਕਲ ਚਲਾ ਰਿਹਾ ਸੀ, ਐਕਸੀਡੈਂਟ ਹੋ ਗਿਆ ਉਹਦਾ। ਫਿਰ ਮੈਂ ਉਹ ਹਸਪੀਟਲ ਲੈ ਕੇ ਗਈ, ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਸੀਐਮਸੀ ਲੈ ਲਓ। ਤੇ ਸੀਐਮਸੀ ਫਟਾਫਟ ਆਏ, ਅਸੀਂ ਉਹ ਦੇਰ 'ਚ ਲੈ ਕੇ ਮੈਂ ਸੀਐਮਸੀ ਫਟਾਫਟ ਇਹਨੂੰ ਦਾਖਲ ਕਰਾਇਆ। ਡਾਕਟਰਾਂ ਨੇ ਫਟਾਫਟ ਇਹਨੂੰ ਦੇਖਿਆ, ਦੇਖ ਕੇ ਕਹਿੰਦੇ 5 ਮਿੰਟ ਤੋਂ ਰਹਿ ਜਾਂਦੀ ਤੇ ਬੱਚਾ ਗਿਆ ਸੀ। ਇਹਨਾਂ ਨੇ ਫਟਾਫਟ ਆਪਣੇ ਵੱਲੋਂ ਟ੍ਰੀਟਮੈਂਟ ਸਾਰਾ ਸ਼ੁਰੂ ਕੀਤਾ। ਮੁੰਡਾ ਖੁੱਲ ਕੇ ਗੁਹਾਰਾ ਬਣ ਗਿਆ ਜਿਵੇਂ ਇੱਕਦਮ, ਸਾਹ ਦੀ ਨਾੜੀ ਨੂੰ ਵੀ ਪਾਈ, ਇਹਨਾਂ ਨੇ ਸਾਰਾ ਕੁਝ ਕੀਤਾ। ਫਿਰ ਲੈ ਕੇ ਪੇਸ਼ੈਂਟ ਦੇ ਉੱਧਰ ਗਏ ਉੱਪਰ ਏਸੀ ਰੂਮ 'ਚ ਰਿਹਾ 10 ਦਿਨ ਵਿੱਚ ਇਹਨੂੰ ਫਰਕ ਪੈਂਦਾ ਪੈ ਗਿਆ। ਇੱਕਦਮ ਲੈ ਕੇ ਇਹਨੂੰ ਭੱਜੇ। ਤੇ ਇਹ ਕਿੰਨੀ ਦੇਰ ਦਾ ਵਾਕਿਆ ਹੈਗਾ ਇਹ? ਪਰ ਇਹ ਕਿੰਨੀ ਤਰੀਕ? 8 ਤਰੀਕ। ਠੀਕ ਹੈ। 8 ਅਕਤੂਬਰ ਨੂੰ। ਤੇ ਜਦੋਂ ਤੁਸੀਂ ਲੈ ਕੇ ਆਏ, ਤੁਸੀਂ ਉਦੋਂ ਕਿਦੋਂ ਲੈ ਕੇ ਆਏ ਸੀ? ਉਸੇ ਦਿਨ ਲੈ ਆਏ ਸੀ? ਮੈਂ ਹੀ ਲੈ ਕੇ ਇਸ ਉਸੇ ਦਿਨ ਲਈ ਸੀ, ਮੈਂ ਘਰੇ ਸੀਗੀ। ਠੀਕ ਹੈ। ਤੇ ਹੁਣ ਬੱਚਾ ਠੀਕ ਹੈ? ਹੁਣ ਬੱਚਾ ਠੀਕ ਹੈ, ਗੋਦੀ ਵਿੱਚ। ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਵਿੱਚ? ਹੁਣ ਮੈਂ ਤਾਂ ਇਹੀ ਕਹਿਣਾ ਚਾਹੇ, ਡਾਕਟਰ ਨੇ ਬਹੁਤ ਵਧੀਆ ਕੀਤਾ, ਮੇਰੇ ਬੇਟੇ ਨੂੰ ਬਚਾ ਲਿਆ, ਮੇਰੇ ਪੋਤੇ ਨੂੰ। ਇੱਕ ਬੱਚਾ ਰੱਬ ਦਾ ਰੂਪ ਹੁੰਦਾ ਵਾ, ਡਾਕਟਰਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਅਸੀਂ ਵੀ ਉਹਨਾਂ ਨੂੰ ਰੱਬੇ ਕਹਿੰਦੇ ਹੈਗੇ, ਜੇ ਸਾਡਾ ਬੱਚਾ ਬਚਾਇਆ ਪ੍ਰਮਾਤਮਾ ਹੀ ਹੈ ਸਾਡੇ ਵਾਸਤੇ। ਯਾਨੀ ਕਿ ਡਾਕਟਰ ਹੀ ਇੱਕ ਰੱਬ ਦਾ ਰੂਪ ਹੁੰਦਾ ਹੈ, ਡਾਕਟਰ ਹੀ ਹਰੇਕ ਦੀ ਜਾਨ ਬਚਾਉਂਦਾ ਹੈ। ਇਹ ਐਕਚੁਅਲੀ ਨਾ ਇੱਕ 6 ਸਾਲ ਦਾ ਬੱਚਾ ਜਿਹਨੂੰ ਖੇਲਦੇ ਖੇਲਦੇ ਸਾਈਕਲ ਤੋਂ ਬੱਚਾ ਇਹ ਗਿਰ ਗਿਆ ਔਰ ਇਹਦੇ ਸਾਹ ਵਾਲੀ ਪਾਈਪ ਦੇ ਇੱਥੇ ਸਾਈਕਲ ਦਾ ਹੈਂਡਲ ਲੱਗਿਆ ਔਰ ਨਾਲ ਚੈਸਟ ਦੇ ਵਿੱਚ ਵੀ ਇਹਦੇ ਇੰਜਰੀਜ਼ ਹੋ ਗਈਆਂ। ਜਦੋਂ ਸਾਹ ਵਾਲੀ ਪਾਈਪ 'ਤੇ ਹੈਂਡਲ ਲੱਗਿਆ ਅਤੇ ਉਹ ਸਾਹ ਵਾਲੀ ਪਾਈਪ ਨੂੰ ਇੰਜਰੀ ਹੋਈ, ਉਹਦੇ ਕਰਕੇ ਜਿਹੜਾ ਹਵਾ ਸਾਹ ਦੀ ਪਾਈਪ ਦੇ ਅੰਦਰ ਹੋਣਾ ਚਾਹੀਦਾ ਉਹ ਉਹਦੇ ਤੋਂ ਬਾਹਰ ਲੀਕ ਕਰਨ ਲੱਗ ਗਿਆ। ਇੱਕ ਤਾਂ ਹਵਾ ਲੀਕ ਕਰਨ ਲੱਗ ਗਿਆ, ਦੂਸਰਾ ਉਹਦੇ ਅੰਦਰ ਵਾਲੇ ਹਿੱਸੇ ਦੇ ਵਿੱਚ ਵੀ ਸੋਜਿਸ਼ ਹੋਣ ਲੱਗ ਗਈ, ਜਿਹਦੇ ਕਰਕੇ ਜਦੋਂ ਸਾਹ ਲੀਕ ਕਰਦਾ ਉਦੋਂ ਬੱਚਾ ਜਿੱਦਾਂ ਕਿਸੇ ਚੀਜ਼ 'ਚ ਹਵਾ ਭਰ ਜਾਂਦੀ ਉਦੋਂ ਗੁਬਾਰੇ ਦੀ ਤਰ੍ਹਾਂ ਬਣਨ ਲੱਗ ਗਿਆ। ਪਲੱਸ ਜਦੋਂ ਅੰਦਰ ਸਵੈਲਿੰਗ ਇਹਦੀ ਸਾਹ ਵਾਲੀ ਪਾਈਪ ਦੇ ਆਈ ਅਤੇ ਉਹਦੇ ਕਰਕੇ ਇਹਨੂੰ ਸਾਹ ਲੈਣ ਦੇ ਵਿੱਚ ਵੀ ਔਖਿਆਈ ਹੋਣ ਲੱਗੀ। ਲੱਕੀਲੀ ਇਹਦੇ ਪੇਰੈਂਟਸ ਤੁਰੰਤ ਇੱਧਰ ਐਮਰਜੈਂਸੀ ਸਾਡੀ ਲੈ ਕੇ ਆਏ, ਜਿੱਥੇ ਕਿ ਬੱਚੇ ਨੂੰ ਮੈਨੇਜ ਕੀਤਾ ਗਿਆ। ਬੱਚਾ ਇੱਥੇ ਵੈਂਟੀਲੇਟਰ 'ਤੇ ਰਿਹਾ ਅਤੇ ਉਸ ਤੋਂ ਬਾਅਦ ਅਸੀਂ ਸਬਸੀਕੁਐਂਟਲੀ ਆਪਰੇਸ਼ਨ ਥੀਏਟਰ 'ਚ ਲਿਜਾ ਕੇ ਜਿਹੜੀ ਸਾਹ ਵਾਲੀ ਪਾਈਪ ਰਿਮੂਵ ਇਹਦੀ ਕਰ ਪਾਏ ਔਰ ਸਕਸੈਸਫੁਲ ਟਰੀਟਮੈਂਟ ਕਰ ਪਾਏ ਐਜ਼ ਏ ਟੀਮ। ਜਦੋਂ ਇਹ ਬੱਚਾ ਆਇਆ ਉਦੋਂ ਇਹ ਬਹੁਤ ਸਿੱਕ ਸੀਗਾ। ਉਦੋਂ ਜਿਹੜੇ ਸਾਡੇ ICU ਇੰਚਾਰਜ ਹੈਗੇ ਆ ਡਾਕਟਰ ਸਮੀਰ, ਉਹਨਾਂ ਨੇ ਤੁਰੰਤ ਇਹਦੇ ਜਿਹੜੀ ਸਾਹ ਵਾਲੀ ਪਾਈਪ ਦੇ ਵਿੱਚ ਇੰਜਰੀ ਹੋਈ ਸੀ ਉਹਦੇ ਦੇ ਵਿੱਚ ਉਹਨਾਂ ਨੇ ਟਿਊਬ ਪਾਈ ਸੋ ਦੈਟ ਸਾਹ ਦਾ ਰਸਤਾ ਪਹਿਲਾਂ ਸਭ ਤੋਂ ਇਹਦਾ ਪੇਟੈਂਟ ਹੋਏ ਕਿ ਜਦੋਂ ਸਾਹ ਨਹੀਂ ਕਿਸੇ ਨੂੰ ਆ ਰਿਹਾ ਅਤੇ ਉਦੋਂ ਟਾਈਮ ਨਹੀਂ ਹੁੰਦਾ ਕਿਸੇ ਕੋਲ ਵੀ। ਅਤੇ ਦੂਸਰਾ ਜਿਹੜੀ ਚੈਸਟ ਇੰਜਰੀਜ਼ ਕਰਕੇ ਉਹ ਡਾਕਟਰ ਵਿਸ਼ਾਲ ਨੇ ਇਹਨਾਂ ਦੇ ਜਿਹੜਾ ਦੋਨੋਂ ਪਾਸੇ ਟਿਊਬ ਪਾਈ ਚੈਸਟ ਦੇ ਤਾਂ ਕਿ ਜਿਹੜੇ ਫੇਫੜੇ ਆ ਉਹਨਾਂ ਨੂੰ ਐਕਸਪੈਂਡ ਕਰਨ ਦੀ ਜਗ੍ਹਾ ਮਿਲੇ। ਜੇ ਫੇਫੜੇ ਐਕਸਪੈਂਡ ਹੀ ਨਹੀਂ ਕਰ ਪਾਉਣਗੇ ਤਾਂ ਬੋਡੀ ਦੇ ਵਿੱਚ ਆਕਸੀਜਨ ਕਿਸ ਤਰ੍ਹਾਂ ਰਿਕੁਆਇਰਮੈਂਟ ਹੋਏਗੀ। ਤੋ ਇਹ ਮਲਟੀ ਸਟੈਪ ਪ੍ਰੋਸੀਜਰ ਸੀਗਾ, ਇੱਕ ਸਟੈਪ ਕਰਕੇ ਫਿਰ ਵਿੱਚ ਇਹਦਾ ਸਕੈਨ ਹੋਇਆ, ਵਿੱਚ ਅਸੀਂ ਇਹਨੂੰ ਆਪਰੇਸ਼ਨ ਥੀਏਟਰ 'ਚ ਲੈ ਜਾ ਕੇ ਦੇਖਿਆ ਅਤੇ ਉਹ ਕਈ ਦਿਨਾਂ ਦੇ ਵਿੱਚ ਥੋੜ੍ਹਾ ਕਰਕੇ ਕੰਮ ਉਸ ਹਿਸਾਬ ਨਾਲ ਫਿਰ ਅਸੀਂ ਸਕਸੈਸਫੁਲੀ ਇਸ ਬੱਚੇ ਨੂੰ ਐਟਲੀਸਟ ਟਿਊਬ ਰਿਮੂਵ ਕਰ ਪਾਏ ਔਰ ਘਰੇ ਭੇਜ ਪਾਏ। ਜਦੋਂ ਆਇਆ ਸੀ ਉਦੋਂ ਲੱਗਦਾ ਸੀ ਵੀ ਹੋ ਸਕਦਾ ਬੱਚਾ ਇਹ ਬਚੇ ਨਾ ਜਿੰਨਾ ਸਿੱਕ ਆਇਆ ਸੀਗਾ। ਹਾਂ, ਨਹੀਂ ਦੇਖੋ, ਅਸੀਂ ਆਪਣੇ ਵੱਲੋਂ ਜੋ ਵੀ ਬੈਸਟ ਐਫਰਟ ਹੈ ਹਰ ਪੇਸ਼ੈਂਟ ਲਈ ਪਾਉਂਦੇ ਹੈਗੇ ਹਾਂ। ਸੈਲਫਲੈਸਲੀ CMC ਦੇ ਵਿੱਚ ਅਸੀਂ ਮਤਲਬ ਕਰਦੇ ਹਾਂ। ਇਹਦੀ ਬੱਚੇ ਦੀ ਵੀ ਕਿਸਮਤ ਅੱਛੀ ਸੀਗੀ ਕਿ ਸਾਰੇ ਉਸ ਟਾਈਮ ਬੀਇੰਗ ਏ ਸੰਡੇ ਸਾਰੇ ਲੋਕ ਆਸ-ਪਾਸ ਅਵੇਲੇਬਲ ਸੀ, ਤੁਰੰਤ ਇਹਦਾ ਇਲਾਜ ਸ਼ੁਰੂ ਹੋ ਪਾਇਆ ਅਤੇ ਅਸੀਂ ਖੁਦ ਵੀ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਐਟਲੀਸਟ ਕਿਸੇ ਦਾ ਵੀ ਫੈਮਿਲੀ ਦਾ ਬੱਚਾ ਹੈ ਉਹ ਸੇਫ ਹੈ ਇਸ ਟਾਈਮ। ਜੇ ਬੱਚੇ ਨੂੰ ਕੁਛ ਹੋ ਜਾਂਦਾ ਉਦੋਂ, ਪਰ ਉਹੀ ਹੈ ਵੀ ਜਿਸ ਕੰਡੀਸ਼ਨ ਦੇ ਵਿੱਚ ਆਇਆ ਉਦੋਂ ਕੁਛ ਵੀ ਕਹਿਣਾ ਮੁਸ਼ਕਿਲ ਸੀ ਵੀ ਮਤਲਬ ਬਚੇਗਾ ਕਿ ਨਹੀਂ, ਬਟ ਆਪਣੇ ਵੱਲੋਂ ਸਾਰਿਆਂ ਨੇ ਤੁਰੰਤ ਜ਼ੋਰ ਲਗਾਇਆ ਔਰ ਮਤਲਬ ਬੱਚਾ ਠੀਕ ਹੈ ਬਿਲਕੁਲ ਜੀ। ਡਾਕਟਰ ਸਾਹਿਬ ਨੇ ਪਹਿਲਾਂ ਦੱਸ ਹੀ ਦਿੱਤਾ, ਜਦੋਂ ਬੱਚਾ ਆਇਆ ਸੀ ਇਹਦੀ ਕੰਡੀਸ਼ਨ ਕਾਫੀ ਖਰਾਬ ਸੀ ਔਰ ਇਹਦੀ ਸਾਹ ਦੀ ਨਲੀ ਜਿਹੜੀ ਹੁੰਦੀ ਆ
ਉਹਦੇ ਵਿੱਚ ਸੱਟ ਲੱਗੀ ਤੇ ਨਾਲੇ ਦੇ ਫੇਫੜਿਆਂ ਦੇ ਵਿੱਚ ਸੱਟ ਸੀ ਔਰ ਤੁਰੰਤ ਅਸੀਂ ਇਸ ਨੂੰ ਟਿਊਬ ਸਾਹ ਦੀ ਨਲੀ 'ਚੋਂ ਹਵਾ ਲੀਕ ਹੋ ਰਹੀ ਸੀ, ਬੱਚਾ ਗੁਬਾਰੇ ਵਾਂਗੂ ਫੁੱਲ ਗਿਆ ਸੀ, ਇਹਦਾ ਫੇਸ, ਇਹਦੀ ਲੱਤਾਂ ਸਾਰੇ ਪਾਸੇ ਹਵਾ ਭਰ ਗਈ ਸੀ। ਫਿਰ ਤੁਰੰਤ ਇਹਦੇ ਅਸੀਂ ਪਹਿਲਾਂ ਜੂਨੀਅਰ ਡਾਕਟਰ ਨੇ ਟਰਾਈ ਕੀਤੀ, ਉਹਨਾਂ ਤੋਂ ਟਿਊਬ ਨਹੀਂ ਜਾ ਰਹੀ ਸੀ। ਫਿਰ ਸਾਡੇ ਆਈਸੀਯੂ ਦੇ ਇੰਚਾਰਜ ਡਾਕਟਰ ਸਮੀਰ ਉਸ ਟਾਈਮ ਸੀ, ਉਹਨਾਂ ਨੇ ਟਿਊਬ ਪਾਈ ਔਰ ਫਿਰ ਅਸੀਂ ਦੇਖਿਆ ਕਿ ਹੋਰ ਛਾਤੀ ਦੇ ਵਿੱਚ ਵੀ ਸੱਟ ਸੀ। ਐਕਸਰੇ ਕੀਤਾ ਤਾਂ ਦੋਵੇਂ ਪਾਸੇ ਛਾਤੀ 'ਚ ਟਿਊਬ ਮੇਰੀ ਟੀਮ ਨੇ ਉਸ ਟਾਈਮ ਸਾਡੇ ਨਾਲ ਅਸੀਂ ਮਿਲ ਕੇ ਪਾਈ। ਫਿਰ ਉਸ ਤੋਂ ਬਾਅਦ ਬੱਚੇ ਨੂੰ ਆਈਸੀਯੂ ਦੇ ਵਿੱਚ ਰੱਖਿਆ ਸੀ, ਚਾਹੇ ਉਸ 4-5 ਦਿਨ ਬੱਚਾ ਆਈਸੀਯੂ ਦੇ ਵਿੱਚ ਰਿਹਾ ਡਾਕਟਰ ਸਮੀਰ ਦੀ ਦੇਖ ਰੇਖ ਦੇ ਵਿੱਚ। ਅਸੀਂ ਸਾਰੇ ਮੈਂ ਸਰ ਅਸੀਂ ਰੋਜ਼ ਉਸ ਨੂੰ ਦੇਖਣ ਜਾਂਦੇ ਸੀਗੇ ਔਰ ਉਸ ਤੋਂ ਬਾਅਦ ਫਿਰ ਪ੍ਰੋਬਲਮ ਇਹ ਆ ਗਈ, ਹੁਣ ਟਿਊਬ ਕੱਢਣ ਦਾ ਟਾਈਮ ਆ ਗਿਆ ਜਦੋਂ, ਔਰ ਟਿਊਬ ਇੰਨੀ ਜ਼ਿਆਦਾ ਸੋਜਿਸ਼ ਸੀ, ਟਿਊਬ ਨਿਕਲ ਨਹੀਂ ਰਹੀ ਸੀਗੀ। ਫਿਰ ਸਾਨੂੰ ਆਪਰੇਸ਼ਨ ਥੀਏਟਰ 'ਚ ਜਾਣਾ ਪਿਆ, ਮੈਮ ਸਾਡੇ ਨਾਲ ਸੀ, ਸਰ ਨੇ ਅਸੀਂ ਦੇਖਿਆ ਕਿ ਔਰ ਦੂਰਬੀਨ ਦੇ ਨਾਲ ਪਹਿਲਾਂ ਅੰਦਰ ਦੇਖਿਆ ਟਿਊਬ ਨਾਲ, ਫਿਰ ਹੌਲੀ ਹੌਲੀ ਟਿਊਬ ਕੱਢੀ। ਅਸੀਂ ਹਰ ਚੀਜ਼ ਵਾਸਤੇ ਰੈਡੀ ਸੀਗੇ ਕਿ ਹੋ ਸਕਦਾ ਐਮਰਜੈਂਸੀ ਟ੍ਰੀਕਿਓਸਟਮੀ ਕਰਨੀ ਪਵੇ, ਉਹਦੇ ਵਾਸਤੇ ਵੀ ਨਾਲ ਅਸੀਂ ਦੋਵੇਂ ਟੀਮਾਂ ਸੀ ਕਿ ਜੇ ਟਿਊਬ ਸਰ ਨੇ ਹੌਲੀ ਹੌਲੀ ਦੇਖਦੇ ਟਿਊਬ ਕੱਢੀ ਔਰ ਟ੍ਰੀਕਿਓਸਟਮੀ ਵਾਸਤੇ ਅਸੀਂ ਰੈਡੀ ਸੀ। ਪਰ ਪਰਮਾਤਮਾ ਦੀ ਦਇਆ ਨਾਲ ਟ੍ਰੀਕਿਓਸਟਮੀ ਦੀ ਲੋੜ ਨਹੀਂ ਪਈ। ਇਹਦੇ ਨਾਲ ਇਹਦੇ ਖਾਣੇ ਦੀ ਨਲੀ ਨੂੰ ਵੀ ਥੋੜ੍ਹੀ ਸੱਟ ਸੀਗੀ, ਉਹ ਲੇਕਿਨ ਆਪਣੇ ਆਪ ਹੀ ਸਾਨੂੰ ਲੱਗਿਆ ਕਿ ਇਹਦੇ ਕੁਛ ਇੱਦਾਂ ਕੁਛ ਸੂਚਰ ਕਰਨ ਦੀ ਲੋੜ ਨਹੀਂ ਗੀ, ਉਹ ਆਪਣੇ ਆਪ ਠੀਕ ਹੋ ਜਾਊਗੀ। ਔਰ ਕੁਛ ਦਿਨਾਂ ਬਾਅਦ ਅਸੀਂ ਫਿਰ ਇਹਦੀ ਹੌਲੀ 10 ਦਿਨਾਂ ਬਾਅਦ ਅਸੀਂ ਇਹਦੀ ਐਂਜੀ ਟਿਊਬ ਕੱਢੀ ਔਰ ਅੱਜ ਬੱਚਾ ਖਾ ਪੀ ਰਿਹਾ, ਬਿਲਕੁਲ ਕੋਈ ਪ੍ਰੋਬਲਮ ਨਹੀਂ, ਠੀਕ ਹੈ ਪਰਮਾਤਮਾ ਦੀ ਦਇਆ। ਹਾਂਜੀ ਟਿਊਬ ਤੇ ਪਹਿਲਾਂ ਪਾ ਚੁੱਕੇ ਹੀ ਆਈਸੀਯੂ ਤੇ ਐਮਰਜੈਂਸੀ 'ਚ, ਕਿਉਂਕਿ ਉਸ ਟਾਈਮ ਲਾਈਫ ਡੈਥ ਦੀ ਗੱਲ ਸੀ। ਉਸ ਤੋਂ ਬਾਅਦ ਸੀ ਕਿ ਟਿਊਬ ਕੱਢਣੀ ਕਿਸ ਤਰ੍ਹਾਂ। ਉਸ ਟਾਈਮ ਆਪਰੇਸ਼ਨ ਥੀਏਟਰ 'ਚ ਲੈ ਕੇ ਆਏ ਔਰ ਟਿਊਬ ਬਿਲਕੁਲ ਫਸੀ ਹੋਈ ਸੀ, ਆਈਸੀਯੂ 'ਚ ਕੋਸ਼ਿਸ਼ ਕੀਤੀ ਲੇਕਿਨ ਕੱਢ ਨਹੀਂ ਸਕੇ। ਲੇਕਿਨ ਚੈਲੰਜ ਇਹ ਵੀ ਸੀ ਕਿ ਅਗਰ ਓਟੀ 'ਚ ਕੱਢਿਆ, ਅਗਰ ਨਾ ਬੱਚਾ ਸਾਹ ਲੈ ਸਕੇ, ਅਗਰ ਦੁਬਾਰਾ ਬਲੀਡਿੰਗ ਹੋ ਜਾਏ ਅੰਦਰ ਤੇ ਦੁਬਾਰਾ ਪਾਉਣੀ ਪਏ ਤੇ ਉਹ ਮੁਸ਼ਕਿਲ ਹੋ ਸਕਦੀ। ਉਸ ਟਾਈਮ ਫਿਰ ਸਾਰੇ ਇੱਕ ਦਿਨ ਪਹਿਲਾਂ ਹੀ ਸਭ ਨੇ ਮਿਲ ਕੇ ਪਲਾਨ ਕੀਤਾ ਸੀ ਔਰ ਡਿਸਕਸ ਕੀਤਾ ਸੀ ਅੱਛੀ ਤਰ੍ਹਾਂ, ਤੇ ਕਿ ਅਗਰ ਉਹ ਨਹੀਂ ਹੋ ਸਕਿਆ ਤਾਂ ਫਿਰ ਆਰਟੀਫਿਸ਼ੀਅਲ ਜਿੱਦਾਂ ਕਹਿੰਦੇ ਕਿ ਟ੍ਰੈਕਿਓਸਟਮੀ ਕਈ ਦਾ ਇੱਕ ਛੇਦ ਕਰ ਦੇਦਾ ਨੀਚੇ ਥੋੜਾ ਗਲੇ 'ਚ, ਜਿਸ 'ਚੋਂ ਸਾਹ ਲੈ ਸਕੇ ਉਹ। ਲੇਕਿਨ ਕਿਸਮਤ ਨਾਲ ਸਾਰਾ ਕੁਝ ਠੀਕ ਠਾਕ ਹੋ ਗਿਆ और थोड़ा एनास्थीसिया थोड़ा लाइट ही रखा उस टाइम की, ताकि अगर कुछ ना हो पाए इस तरह तो बच्चा अपने आप साह लैन लायक तो रहे। लेकिन लकीली सारा कुछ ठीक ठाक गया और ट्रैकियोस्टोमी की ज़रूरत नहीं पई। आजकल बच्चा बिल्कुल ठीक ठाक है एंड बिल्कुल ये बिल्कुल बिल्कुल टीम एफर्ट से, उस तो बिना तो इट्स पॉसिबल नहीं कि एक इंसान ने कर पाएगा। मेरा नाम डॉक्टर समीर है, मैं यहाँ का आईसीयू इंचार्ज हूँ सीएमसी लुधियाना में। मेरे लिए ये केस ने काफ़ी कुछ चीज़ें सिखाई हैं, दिखाई हैं, बताई हैं। उसमें सबसे इम्पॉर्टेंट चीज़ तो ये है, सीएमसी ने हमें एक तरह से ब्लेस करा है क्योंकि यहाँ पर डॉक्टर्स कैंपस बिल्कुल एमरजेंसी के करीब है, तो कभी भी ऐसी कोई इमरजेंसी आती है तो हम लोग इमीडिएटली अवेलेबल होते हैं। दूसरी चीज़ जो है, जो बहुत ही पॉजिटिव थी यहाँ पर, कि हम एक टीम की तौर से आए हैं। मैं ये नहीं कह सकता कि ये मेरे कारण बचा है बच्चा, या हमारे डॉक्टर्स की टीम में से कोई ये नहीं कह सकता अकेले मेरे कारण बचा है। ये सिर्फ़ इसलिए आज ज़िंदा है, पहली चीज़ क्योंकि इसमें रब की मर्ज़ी थी, दूसरी हमारा टीम एफर्ट था। और जी हाँ, तो हमें जिस हालात में ये मिला था उस समय इसके ऑक्सीजन के सैचुरेशन एक आम बच्चे में 98, 100, 98, 100 होंगे। मुझे जब मैंने इस बच्चे को देखा तो ये 30 पे था, तो शायद अगर 1-2 मिनट की देर होती तो ये इसकी पूरी तरह से सांस बंद हो चुकी होती। तो इतने हाई और स्ट्रेसफुल एनवायरनमेंट में और माहौल में सही निर्णय लेना, एक टीम के साथ लेना और सटीक काम करना बहुत ज़्यादा ज़रूरी है। और ये सालों की ट्रेनिंग और सालों की एक्सपीरियंसेस के बाद ही आता है, जो कि हम समझते हैं कि यहाँ पे जितने हम लोग खड़े हैं वो सारे इसके काबिल हैं। तो एक अच्छे इंस्टीट्यूट सीएमसी से ही हम लोग अपने पास में पढ़े हैं और यहाँ पे जो काम किया है वो एक बहुत बड़ा मायने रखता है। तो इस बच्चे के, क्योंकि हम जानते हैं कि बच्चों की नलियाँ, सांस की नलियाँ बहुत छोटी साइज़ की होती है, बड़ों की तरह नहीं होती है। तो अगर इसमें सूजन आनी शुरू होती है तो बहुत कम समय और बहुत जल्दी ये पूरी तरह से बंद हो सकती है, और अगर वो बंद हो जाए तो इसकी सांस पूरी तरह से बंद हो जाएगी। तो ऑलरेडी जब जिस समय मुझे ये मिला और मैंने इसका ट्यूब डाला था, उस समय इसकी नली लगभग बंद ही हो रही थी। हमारे पास सिर्फ चंद मिनटों का समय था और साथ ही साथ ऑक्सीजन के लेवल्स इसके ब्लड के बहुत कम थे, 30% जैसा मैंने बताया। तो इमीडिएटली इसके ट्यूब डाला गया और डॉक्टर विशाल का और हमारी टीम जो थी, ईएनटी वाले भी थे वहाँ पर, क्योंकि ये बच्चा एक्चुअली एक गुब्बारे की तरह फूला हुआ था। ये बहुत चैलेंजिंग केस होता है, इवन ट्यूब डालने के लिए पेशेंट को पोजीशन में लाना,
ट्यूब डालने के लिए, ये भी सारी कई चैलेंजेस जुड़े थे। तो उन हालातों में जल्दी से कुछ मिनटों में ट्यूब डल पाया। डॉक्टर विशाल का वहाँ होना और ईएनटी वालों का होना बहुत फ़ायदेमंद था। और